The Kabuliwala, Lesson 6th. The story Kabuliwala is written by Guru Ravindranath Tagore. ਇਹ ਕਾਬੁਲੀਵਾਲਾ ਸਟੋਰੀ ਗੁਰੂ ਰਵਿੰਦਰਨਾਥ ਟੈਗੋਰ ਨੇ ਲਿਖੀ ਹੈ, ਉਹਨਾਂ ਦੁਆਰਾ ਲਿਖੀ ਗਈ ਹੈ। ਵਨ ਆਫ ਇੰਡੀਆਜ਼ ਗ੍ਰੇਟੈਸਟ ਰਾਈਟਰਸ, ਤਾਂ ਗੁਰੂ ਰਵਿੰਦਰਨਾਥ ਟੈਗੋਰ ਜੀ ਇੰਡੀਆ ਦੇ ਮਹਾਨ ਜੋ ਲੇਖਕ ਨੇ ਉਹਨਾਂ ਵਿੱਚੋਂ ਇੱਕ ਨੇ। ਹੀ ਵਾਜ਼ ਅਵਾਰਡਡ ਨੋਬਲ ਪ੍ਰਾਈਜ਼ ਫॉर ਲਿਟਰੇਚਰ, ਤਾਂ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਸੰਸਾਰ ਦਾ ਸਭ ਤੋਂ ਵੱਡਾ ਪ੍ਰਾਈਜ਼ ਹੈ, ਅਵਾਰਡ ਵੀ ਆਪਾਂ ਕਹਿ ਸਕਦੇ ਹਾਂ। ਦਿਸ ਇਜ਼ ਐਨ ਐਡੈਪਸ਼ਨ ਆਫ ਦਾ ਸਟੋਰੀ, ਤਾਂ ਇਹ ਕਹਾਣੀ ਆਪਾਂ ਇਸ ਸਟੋਰੀ ਦਾ ਕੁਝ ਹਿੱਸਾ ਪੜ੍ਹਦੇ ਹਾਂ। ਲਿਟਲ ਮਿੰਨੀ ਵਾਜ਼ 5 years old ਐਂਡ ਏ ਗ੍ਰੇਟ ਚੈਟਰਬੌਕਸ, ਤਾਂ ਲਿਟਲ ਮਿੰਨੀ ਇਹਦੇ ਵਿੱਚ ਇੱਕ ਛੋਟੀ ਜਿਹੀ ਕੁੜੀ ਹੈ ਜੋ 5 ਸਾਲਾਂ ਦੀ ਸੀ, ਅਤੇ ਗ੍ਰੇਟ ਚੈਟਰਬੌਕਸ ਦਾ ਮਤਲਬ ਹੈ ਵੀ ਬਹੁਤ ਗੱਲਾਂ ਕਰਦੀ ਸੀ। ਸ਼ੀ ਸਿੰਪਲੀ ਕੁਡ ਨੋਟ ਲਿਵ ਵਿਦਆਊਟ ਚੈਟਿੰਗ ਆਲ ਦਾ ਟਾਈਮ, ਉਹ ਬਗੈਰ ਗੱਲਾਂ ਕਰੇ ਸਾਰਾ ਸਮਾਂ ਨਹੀਂ ਰਹਿ ਸਕਦੀ ਸੀ। ਕਹਿਣ ਦਾ ਭਾਵ ਹੈ ਕਿ ਉਹ ਹਰ ਸਮੇਂ ਗੱਲਾਂ ਕਰਦੀ ਰਹਿੰਦੀ ਸੀ। ਕਿਸੇ ਬੱਚੇ ਦੀ ਆਦਤ ਹੁੰਦੀ ਹੈ ਕਿ ਉਹ ਕੁਛ ਨਾ ਕੁਛ ਬੋਲਦਾ ਰਹਿੰਦਾ ਹੈ, ਉਸੇ ਤਰ੍ਹਾਂ ਆਪਣੀ ਜੋ ਪਾਤਰ ਹੈ ਕਾਬੁਲੀਵਾਲਾ ਜੋ ਸਟੋਰੀ ਹੈ ਮਿੰਨੀ, ਉਹ ਵੀ ਸਾਰਾ ਦਿਨ ਬੋਲਦੀ ਰਹਿੰਦੀ ਹੈ। ਹਰ ਮਦਰ ਵਾਜ਼ ਆਫਨ ਵਰੀਡ ਅਬਾਊਟ ਦਿਸ ਨੋਨ ਸਟੋਪ ਟਾਕਿੰਗ ਆਫ ਮਿੰਨੀ, ਤਾਂ ਉਸਦੀ ਮਾਤਾ ਹਰ ਵੇਲੇ, ਆਫਨ ਹੁੰਦਾ ਹਰ ਵੇਲੇ, ਜਾਂ ਹਿੰਦੀ 'ਚ ਆਪਾਂ ਕਹਿ ਸਕਦੇ ਸਦਾ, ਵਰੀਡ ਹੁੰਦਾ ਚਿੰਤਾ ਕਰਨੀ, ਤਾਂ ਉਹਨਾਂ ਨੂੰ ਚਿੰਤਾ ਸੀਗੀ ਕਿ ਜੋ ਮਿੰਨੀ ਹੈ ਉਹ ਹਰ ਸਮੇਂ ਨੋਨ ਸਟੋਪ ਟਾਕਿੰਗ ਮੀਨਜ਼ ਹਰ ਸਮੇਂ ਬਗੈਰ ਰੁਕੇ ਗੱਲਾਂ ਕਰਦੀ ਰਹਿੰਦੀ ਹੈ। ਐਂਡ ਟਰਾਈ ਟੂ ਸਾਇਲੈਂਸ ਹਰ, ਤਾਂ ਉਸਦੀ ਮਾਤਾ ਉਸ ਨੂੰ ਚੁੱਪ ਕਰਾਉਣਾ ਚਾਹੁੰਦੀ ਸੀ। ਸਾਇਲੈਂਸ ਦਾ ਮਤਲਬ ਹੁੰਦਾ ਚੁੱਪ ਕਰਾਉਣਾ। ਬਟ ਨੋ ਵਨ ਕੁਡ ਥਿੰਕ, ਪਰ ਕੋਈ ਇਹ ਨਹੀਂ ਸੋਚ ਸਕਦਾ ਸੀ। ਕੁਡ ਹੁੰਦਾ ਸਕਦਾ ਸੀ, ਥਿੰਕ ਮੈਨੇ ਸੋਚਣਾ। ਆਫ ਮਿੰਨੀ ਬੀਇੰਗ ਕੁਐਟ, ਕਿ ਮਿੰਨੀ ਨੂੰ ਆਪਾਂ ਚੁੱਪ ਕਰਵਾ ਦਈਏ। ਹਰ ਕਨਵਰਸੇਸ਼ਨ ਵਿਦ ਹਰ ਫਾਦਰ ਵਾਜ਼ ਆਲਵੇਜ਼ ਵੈਰੀ ਲਾਈਵਲੀ, ਕਨਵਰਸੇਸ਼ਨ ਹੁੰਦਾ ਹੈ ਗੱਲਬਾਤ ਕਰਨੀ, ਜਿਵੇਂ ਦੋ ਜਣੇ ਕੋਈ ਗੱਲ ਕਰਦੇ ਹੁੰਦੇ ਆ, ਤਾਂ ਆਪਣੇ ਪਿਤਾ ਜੀ ਨਾਲ, ਪਾਪਾ ਨਾਲ ਸਦਾ ਗੱਲ ਕਰਦੀ ਰਹਿੰਦੀ ਸੀ। ਫੁੱਲ ਆਫ ਲਾਈਫ, ਲਾਈਵਲੀ ਮੀਨਜ਼ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਖੁੱਲ੍ਹ ਕੇ ਗੱਲ ਕਰਨੀ, ਜਿੰਦਾ ਦਿਲ ਗੱਲ ਕਰਨੀ। ਵਨ ਡੇ ਮਿੰਨੀ ਕੇਮ ਰਸਿੰਗ ਇਨ ਟੂ ਹਰ ਫਾਦਰ ਸਟੱਡੀ, ਸ਼ੀ ਪੁੱਟ ਹਰ ਆਰਮ ਅਰਾਊਂਡ ਹਿਮ ਐਂਡ ਸੈਡ, ਤਾਂ ਇੱਕ ਦਿਨ ਮਿੰਨੀ ਆਈ ਆਪਣੇ ਫਾਦਰ ਕੋਲ। ਸ਼ੀ ਪੁੱਟ ਹਰ ਆਰਮ ਅਰਾਊਂਡ ਹਿਮ ਐਂਡ ਸੈਡ, ਤਾਂ ਉਸਨੇ ਆਪਣੀਆਂ ਬਾਹਾਂ ਆਪਣੇ ਪਾਪਾ ਦੇ ਗਲੇ ਵਿੱਚ ਪਾਈਆਂ। ਅਰਾਊਂਡ ਹਿਮ ਦਾ ਮਤਲਬ ਆਲੇ ਦੁਆਲੇ, ਅਤੇ ਕਿਹਾ ਵਾਟ ਡੂ ਯੂ ਥਿੰਕ ਫਾਦਰ, ਤਾਂ ਆਪਣੇ ਪਾਪਾ ਨੂੰ ਪੁੱਛਿਆ ਕਿ ਤੁਸੀਂ ਕੀ ਸੋਚਦੇ ਹੋ। ਭੋਲਾ ਸੇਜ਼ ਦੇਰ ਇਜ਼ ਐਨ ਐਲੀਫੈਂਟ, ਤਾਂ ਜੋ ਭੋਲਾ ਇਸ ਦੇ ਵਿੱਚ ਪਾਤਰ, ਉਹ ਕਹਿੰਦਾ ਹੈ ਵੀ ਉੱਥੇ ਇੱਕ ਹਾਥੀ ਹੈ। ਇਨ ਦੀ ਕਲਾਉਡਸ ਮੀਨਜ਼ ਬੱਦਲਾਂ ਵਿੱਚ। ਬਲੋਇੰਗ ਵਾਟਰ ਆਊਟ ਆਫ ਇਟਸ ਟਰੰਕ ਐਂਡ ਦੈਟ ਇਜ਼ ਵਾਈ ਇਟ ਰੇਨਸ, ਤਾਂ ਉਹ ਕਹਿ ਰਿਹਾ ਹੈ ਕਿ ਬੱਦਲਾਂ ਵਿੱਚ ਜੋ ਹਾਥੀ ਹੈ ਉਸ ਦੀ ਸੁੰਡ ਵਿੱਚੋਂ, ਟਰੰਕ ਹੁੰਦਾ ਸੁੰਡ ਦੇ ਵਿੱਚੋਂ ਜੋ ਪਾਣੀ ਆਉਂਦਾ ਅਤੇ ਜਿਸ ਕਰਕੇ ਬਾਰਿਸ਼ ਹੁੰਦੀ ਹੈ, ਵਰਖਾ ਮੀਂਹ ਪੈਂਦਾ ਹੈ। ਬਿਫੋਰ ਹੀ ਕੁਡ ਰਿਪਲਾਈ, ਉਹ ਉੱਤਰ ਦੇਣ ਤੋਂ ਪਹਿਲਾਂ। ਸ਼ੀ ਰੇਨ ਟੂ ਦਾ ਵਿੰਡੋ ਕਰਾਇੰਗ, ਤਾਂ ਉਹ ਭੱਜ ਕੇ ਖਿੜਕੀ ਕੋਲ ਗਈ, ਦਰਵਾਜ਼ੇ ਕੋਲ ਜੋ ਵਿੰਡੋ ਹੁੰਦੀ ਆ ਉਸ ਕੋਲ ਗਈ। ਕਰਾਇੰਗ ਦਾ ਹੁੰਦਾ ਚਿਲਾਉਣਾ, ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਗਈ। ਕਾਬੁਲੀਵਾਲਾ, ਇਹ ਕਾਬੁਲੀਵਾਲਾ ਗਲੀ ਵਿੱਚ ਕੋਈ ਜਾ ਰਿਹਾ ਸੀ ਤਾਂ ਉਸਨੂੰ ਕਾਬੁਲੀਵਾਲਾ ਦੇ ਨਾਂ ਨਾਲ ਉਹ ਪੁਕਾਰਦੀ ਹੈ। ਮਿੰਨੀ ਕਾਲਡ ਆਊਟ ਟੂ ਦਾ ਕਾਬੁਲੀਵਾਲਾ, ਤਾਂ ਉਹ ਮਿੰਨੀ ਹੈ ਜੋ ਕਾਬੁਲੀਵਾਲਾ ਨੂੰ ਬੁਲਾਉਂਦੀ ਹੈ। ਬਟ ਵੈਨ ਹੀ ਲੁੱਕ ਐਟ ਹਰ, ਜਦੋਂ ਉਸ ਦੀ ਤਰਫ ਦੇਖਦੀ ਹੈ, ਲੁੱਕ ਦਾ ਮਤਲਬ ਦੇਖਣਾ। ਸ਼ੀ ਵਾਜ਼ ਇਨ ਟੈਰਰ ਐਂਡ ਰੇਨ ਟੂ ਹਰ ਫਾਦਰ, ਟੈਰਰ ਹੁੰਦਾ ਡਰ ਜਾਣਾ, ਤਾਂ ਉਹ ਡਰ ਜਾਂਦੀ ਹੈ ਅਤੇ ਆਪਣੇ ਪਾਪਾ ਕੋਲ ਚਲੀ ਜਾਂਦੀ ਹੈ। ਸ਼ੀ ਹੈਡ ਹੀਰਡ ਦੈਟ ਕਾਬੁਲੀਵਾਲਾਜ਼ ਕਾਊਟ ਚਿਲਡਰਨ, ਤਾਂ ਹੀਰਡ ਹੁੰਦਾ ਸੁਣਨਾ, ਆਪਾਂ ਵਾਰ ਵਾਰ ਇਹ ਸ਼ਬਦ ਸੁਣ ਰਹੇ ਹੈਗੇ।
ਪੜ੍ਹ ਰਹੇ ਹੈਗੇ। ਤਾਂ ਉਹਨੇ ਸੁਣਿਆ ਸੀਗਾ ਵੀ ਕਾਬਲੀਵਾਲਾ ਉਹ ਬੱਚਿਆਂ ਨੂੰ ਫੜ ਕੇ ਲੈ ਜਾਂਦਾ ਹੈ, ਜਿਵੇਂ ਆਪਣੇ ਪਿੰਡਾਂ ਵਿੱਚ ਕਹਿੰਦੇ ਆ ਵੀ ਜੋਗੀ ਬੱਚਿਆਂ ਨੂੰ ਫੜ ਕੇ ਲੈ ਜਾਂਦੇ ਆ, ਬਗਲੀ ਵਿੱਚ ਪਾ ਕੇ ਲੈ ਜਾਂਦੇ ਆ। ਤਾਂ ਉਸੇ ਤਰ੍ਹਾਂ ਹੀ ਇਹ ਮਿੰਨੀ ਹੈ, ਉਸਨੇ ਸੁਣਿਆ ਸੀ ਕਾਬਲੀਵਾਲਾ ਬੱਚਿਆਂ ਨੂੰ ਫੜ ਲੈਂਦੇ ਆ। ਪੁੱਟ ਦੈਮ ਇਨ ਦੇਅਰ ਸੇਕਸ ਐਂਡ ਟੁੱਕ ਦੈਮ ਅਵੇ। ਸੇਕ ਸ਼ਬਦ ਜੋ ਆਇਆ ਇੱਥੇ, ਇਹਦਾ ਮਤਲਬ ਹੁੰਦਾ ਬੋਰੀ। ਤਾਂ ਉਹ ਬੱਚੇ ਨੂੰ ਬੋਰੀ ਵਿੱਚ ਪਾ ਲੈਂਦੇ ਹੈ ਅਤੇ ਦੂਰ ਲੈ ਜਾਂਦੇ ਹੈ। ਦ ਕਾਬਲੀਵਾਲਾ ਕੇਮ ਟੂ ਮਿਨੀਜ਼ ਹਾਊਸ। ਕਾਬਲੀਵਾਲਾ ਮਿੰਨੀ ਦੇ ਘਰ ਵਿੱਚ ਆਉਂਦਾ ਹੈ। ਐਂਡ ਹਰ ਫਾਦਰ ਮੇਡ ਸ਼ੋਰ ਦੈਟ ਮਿੰਨੀ ਕੇਮ ਆਊਟ ਐਂਡ ਮੀਟ ਹਿਮ। ਤਾਂ ਉਹਦੇ ਪਿਤਾ ਨੂੰ, ਪਾਪਾ ਨੂੰ ਇਹ ਪੱਕਾ ਸੀ, ਸ਼ੋਰ ਹੁੰਦਾ ਪੱਕਾ, ਕਿ ਮਿੰਨੀ ਬਾਹਰ ਆਊਗੀ ਅਤੇ ਉਸ ਨੂੰ ਮਿਲੂਗੀ। ਸੂਨ ਮਿੰਨੀ ਲੋਸਟ ਹਰ ਫੀਅਰ ਆਫ ਹਿਮ। ਤਾਂ ਜਲਦੀ ਹੀ ਲੋਸਟ ਹੁੰਦਾ ਖੋ ਦੇਣਾ, ਦੂਰ ਹੋ ਜਾਣਾ। ਤਾਂ ਜਲਦੀ ਹੀ ਫੀਅਰ ਹੁੰਦਾ ਡਰ, ਉਸ ਦਾ ਜੋ ਡਰ ਹੈ ਦੂਰ ਹੋ ਗਿਆ। ਐਂਡ ਇਟ ਵਾਜ਼ ਏ ਜੋਏ ਟੂ ਵਾਚ ਦਾ ਬਿਗ ਵੀਰਡ ਪਠਾਨ। ਤਾਂ ਜੋਏ ਹੁੰਦਾ ਖੁਸ਼ੀ, ਵਾਚ ਹੁੰਦਾ ਦੇਖਣਾ। ਤਾਂ ਉਹ ਬਹੁਤ ਖੁਸ਼ ਹੁੰਦੀ ਹੈ ਉਸ ਪਠਾਨ ਨੂੰ ਦੇਖ ਕੇ। ਬਿਗ ਵੀਰਡ ਦਾ ਮਤਲਬ ਹੁੰਦਾ, ਬਿਗ ਹੁੰਦਾ ਵੱਡਾ, ਵੀਰਡ ਹੁੰਦਾ ਦਾੜੀ। ਤਾਂ ਵੱਡੀ ਦਾੜੀ ਵਾਲੇ ਪਠਾਨ ਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦੀ ਹੈ। ਟੋਕਿੰਗ ਟੈਂਡਰਲੀ ਟੂ ਦੀ ਲਿਟਲ 5 year old। ਤਾਂ ਉਹ ਗੱਲਾਂ ਕਰਦੀ ਰਹਿੰਦੀ ਹੈ ਉਸ ਨਾਲ। ਦ ਕਾਬਲੀਵਾਲਾ ਵਾਜ਼ ਨਾਓ ਏ ਡੇਲੀ ਵਿਜ਼ਟਰ ਟੂ ਮਿਨੀਜ਼ ਹਾਊਸ। ਕਾਬਲੀਵਾਲਾ ਹੁਣ ਉੱਥੇ ਉਸਦੇ ਘਰ ਵਿੱਚ ਹਰ ਦਿਨ ਆਉਂਦਾ ਹੈ। ਦੇ ਵੁੱਡ ਸਿਟ ਐਂਡ ਚੈਟ ਫੋਰ ਆਰਸ ਐਂਡ ਕਰੈਕ ਜੋਕ ਵਿਦ ਈਚ ਅਦਰ। ਤਾਂ ਉਹ ਹੁਣ ਬੈਠ ਕੇ ਘੰਟੇ ਗੱਲਾਂ ਕਰਦੇ ਹੈ। ਕਰੈਕ ਜੋਕ ਦਾ ਮਤਲਬ ਹੁੰਦਾ ਹੈ ਵੀ ਚੁਟਕਲੇ ਪੜ੍ਹਦੇ ਹੈ, ਸੁਣਾਉਂਦੇ ਹੈ। ਕਰੈਕ ਦਾ ਮਤਲਬ ਤਾਂ ਵੈਸੇ ਤੋੜਨਾ ਹੁੰਦਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪਟਾਕੇ ਪਾਉਣਾ। ਤਾਂ ਇੱਥੇ ਮਤਲਬ ਹੈ ਕਿ ਉਹ ਹਾਸੇ ਮਜ਼ਾਕ ਕਰਦੇ। ਈਚ ਅਦਰ ਦਾ ਮਤਲਬ ਇੱਕ ਦੂਜੇ ਨਾਲ। ਕਾਬਲੀਵਾਲਾ ਉਹ ਕਾਬਲੀਵਾਲਾ, ਵਟ ਹੈਵ ਯੂ ਗੋਟ ਇਨ ਯੂਰ ਬੈਗ। ਤਾਂ ਉਹ ਪੁੱਛਦੀ ਹੈ ਵੀ ਤੇਰੇ ਬੈਗ ਵਿੱਚ ਕੀ ਹੈ। ਮਿੰਨੀ ਵੁੱਡ ਆਸਕ, ਮਿੰਨੀ ਵੁੱਡ ਆਸਕ ਦਾ ਮਤਲਬ ਹੈ ਪੁੱਛਣਾ। ਐਨ ਐਲੀਫੈਂਟ ਆਂਸਰ ਦਾ ਕਾਬਲੀਵਾਲਾ ਐਂਡ ਦੈਨ ਦ ਟੂ ਆਫ ਦੈਮ ਵੁੱਡ ਲਾਫ ਅਲਾਊਡ। ਤਾਂ ਉਹ ਪੁੱਛਦੀ ਹੈ ਵੀ ਇਹਦੇ ਵਿੱਚ ਹਾਥੀ ਹੈ। ਤਾਂ ਆਂਸਰ ਦਾ ਕਾਬਲੀਵਾਲਾ ਹੈ, ਤਾਂ ਉਹ ਆਂਸਰ ਦਿੰਦਾ ਹੈ ਐਂਡ ਦੈਨ ਦ ਟੂ ਆਫ ਦੈਮ ਵੁੱਡ ਲਾਫ। ਤਾਂ ਜਦੋਂ ਆਂਸਰ ਦਿੰਦਾ ਕਾਬਲੀਵਾਲਾ ਤਾਂ ਉਹ ਹੱਸਦੇ ਨੇ ਵੀ ਇਸ ਵਿੱਚ ਹਾਥੀ ਹੈ। ਵੰਸ ਏ ਈਅਰ ਇੱਕ ਸਾਲ। ਰਹਿਮਾਨ ਫੋਰ ਦੈਟ ਵਾਜ਼ ਦਾ ਕਾਬਲੀਵਾਲਾਜ਼ ਨੇਮ। ਤਾਂ ਇੱਥੇ ਕਾਬਲੀਵਾਲਾ ਦਾ ਨਾਮ ਰਹਿਮਾਨ ਹੈ। ਤਾਂ ਇੱਕ ਸਾਲ ਕੀ ਹੁੰਦਾ ਹੈ, ਵੁੱਡ ਗੋ ਬੈਕ ਟੂ ਹਿਜ ਓਨ ਕੰਟਰੀ। ਤਾਂ ਆਪਣੇ ਦੇਸ਼ ਚਲਾ ਜਾਂਦਾ ਹੈ। ਹੀ ਵੁੱਡ ਫਸਟ ਕੋਲੈਕਟ ਆਲ ਦਾ ਮਨੀ। ਪਹਿਲਾਂ ਉਹ ਸਾਰੇ ਪੈਸੇ ਇਕੱਠੇ ਕਰਦਾ ਹੈ। ਦੈਟ ਪੀਪਲ ਓਇਡ ਹਿਮ ਬਿਫੋਰ ਹੀ ਲੈਫਟ। ਜੋ ਉਸਨੇ, ਓਇਡ ਦਾ ਮਤਲਬ ਹੁੰਦਾ ਹੈ ਕਿ ਜੋ ਕੁਝ ਆਪਾਂ ਪੈਸੇ ਵਿਆਜ 'ਤੇ ਦੇ ਦਿੰਦੇ ਹਾਂ। ਤਾਂ ਬਿਫੋਰ ਹੀ ਲੈਫਟ, ਤਾਂ ਛੱਡਣ ਤੋਂ ਪਹਿਲਾਂ ਉਹ ਸਾਰੇ ਪੈਸੇ ਆਪਣੇ ਇਕੱਠੇ ਕਰਦਾ ਹੈ। ਬਟ ਆਲਥੋ ਹੀ ਵਾਜ਼ ਬਿਜ਼ੀ। ਫਿਰ ਵੀ ਉਹ ਵਿਅਸਤ ਸੀ, ਬਿਜੀ ਸੀ, ਰੁੱਝਿਆ ਹੋਇਆ ਸੀ। ਰਹਿਮਾਨ ਆਲਵੇਜ਼ ਫਾਊਂਡ ਟਾਈਮ ਟੂ ਵਿਜ਼ਿਟ ਲਿਟਲ ਮਿੰਨੀ। ਫਿਰ ਵੀ ਉਹ ਇੰਨਾ ਵਿਅਸਤ ਹੋਣ ਦੇ ਬਾਵਜੂਦ ਵੀ ਉਹ ਕੀ ਕਰਦਾ, ਕੁਝ ਨਾ ਕੁਝ ਸਮਾਂ ਉਸ ਛੋਟੀ ਬੱਚੀ ਮਿੰਨੀ ਦੇ ਲਈ ਕੱਢਦਾ ਸੀ। ਵਨ ਡੇ ਇੱਕ ਦਿਨ। ਦੇਰ ਵਾਜ਼ ਏ ਲੋਟ ਆਫ ਨੋਇਸ ਇਨ ਦਾ ਸਟਰੀਟ। ਤਾਂ ਗਲੀ ਵਿੱਚ ਬਹੁਤ ਜ਼ਿਆਦਾ ਸ਼ੋਰ ਹੋਇਆ। ਸਟਰੀਟ ਹੁੰਦਾ ਗਲੀ, ਨੋਇਸ ਹੁੰਦਾ ਸ਼ੋਰ। ਇਹ ਲੋਟ ਆਫ ਮੀਨਜ਼ ਬਹੁਤ ਜ਼ਿਆਦਾ। ਰਹਿਮਾਨ ਹੈਡ ਸਟੈਬਡ ਏ ਮੈਨ ਹੂ ਓਇਡ ਹਿਮ ਮਨੀ। ਤਾਂ ਰਹਿਮਾਨ ਹੈਡ ਸਟੈਬਡ ਏ ਮੈਨ ਹੂ ਓਇਡ ਹਿਮ ਮਨੀ ਫੋਰ ਦਾ ਕ੍ਰਾਈਮ ਹੀ ਵਾਜ਼ ਸੈਂਟ ਟੂ ਪ੍ਰੀਜ਼ਨ। ਤਾਂ ਹੁਣ ਜੋ ਰਹਿਮਾਨ ਨੇ ਪੈਸੇ ਦਿੱਤੇ ਸੀ, ਹੂ ਓਇਡ ਹਿਮ ਮਨੀ, ਤਾਂ ਰਹਿਮਾਨ ਹੈਡ ਸਟੈਬਡ ਏ ਮੈਨ, ਤਾਂ ਉਸਨੂੰ ਫੜ ਕੇ ਲੈ ਜਾਂਦਾ। ਹੂ ਓਇਡ ਹਿਮ ਮਨੀ, ਜਿਸ ਨੇ ਉਸਨੂੰ ਪੈਸੇ ਦਿੱਤੇ ਸੀ, ਮੀਨਜ਼ ਉਸਨੇ ਪੈਸੇ ਉਧਾਰੇ ਲੈਤੇ ਹੋਣੇ ਕਾਬਲੀਵਾਲੇ ਨੇ। ਫੋਰ ਦਾ ਕ੍ਰਾਈਮ ਹੀ ਵਾਜ਼ ਸੈਂਟ ਟੂ ਪ੍ਰੀਜ਼ਨ, ਉਸ ਕਰਕੇ ਕੀ ਹੈ, ਉਸਨੂੰ ਜੇਲ੍ਹ ਵਿੱਚ ਪਾਇਆ ਜਾਂਦਾ ਹੈਗਾ। ਕ੍ਰਾਈਮ ਹੁੰਦਾ ਜੁਰਮ, ਸੈਂਟ ਹੁੰਦਾ ਭੇਜਣਾ, ਪ੍ਰੀਜ਼ਨ ਹੋ ਗਿਆ ਜੇਲ੍ਹ। ਤਾਂ ਉਸਨੂੰ ਇਸ ਜੁਰਮ ਦੇ ਵਿੱਚ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ। ਟਾਈਮ ਪਾਸਡ ਐਂਡ ਮਿੰਨੀ ਸੂਨ ਫੋਰਗੋਟ ਹਰ ਓਲਡ ਫਰੈਂਡ ਦਾ ਕਾਬਲੀਵਾਲਾ। ਟਾਈਮ ਪਾਸਡ, ਟਾਈਮ ਗੁਜ਼ਰਦਾ ਗਿਆ। ਫੋਰਗੋਟ ਦਾ ਮਤਲਬ ਭੁੱਲ ਜਾਣਾ। ਤਾਂ ਮਿੰਨੀ ਹੈ ਜੋ ਆਪਣੇ ਪੁਰਾਣੇ ਦੋਸਤ ਨੂੰ, ਕਾਬਲੀਵਾਲੇ ਨੂੰ, ਜਿਵੇਂ ਜਿਵੇਂ ਟਾਈਮ ਗੁਜ਼ਰਦਾ ਗਿਆ ਉਹ ਭੁੱਲ ਗਈ। ਸ਼ੀ ਵਾਜ਼ ਗਰੋਇੰਗ ਅਪ ਇਨਟੂ ਏ ਵੈਰੀ ਪ੍ਰੀਟੀ ਵੂਮੈਨ।
ਤਾਂ ਉਹ ਵੱਡੀ ਹੋ ਚੁੱਕੀ ਸੀ, ਇੱਕ ਔਰਤ ਬਣ ਚੁੱਕੀ ਸੀ। ਹਰ ਫਾਦਰ ਮੇਡ ਅਰੇਂਜਮੈਂਟਸ ਫॉर ਮਿਨੀਜ਼ ਵੈਡਿੰਗ, ਤਾਂ ਉਸਦੇ ਪਾਪਾ ਨੇ ਪੂਰਾ ਪ੍ਰਬੰਧ ਕਰਤਾ ਸੀ ਕਿ ਉਸਦੀ ਆਪਾਂ ਸ਼ਾਦੀ ਕਰਨੀ ਹੈ, ਵਿਆਹ ਕਰਨਾ। ਮਿੰਨੀ ਵਾਜ਼ ਗੈਟਿੰਗ ਮੈਰਿਡ ਦੈਟ ਨਾਈਟ, ਤਾਂ ਮਿੰਨੀ ਦਾ ਵਿਆਹ ਹੋਣਾ ਸੀ ਉਸ ਰਾਤ। ਦੈਟ ਨਾਈਟ ਮੀਨਜ਼ ਉਸ ਰਾਤ, ਮੈਰਿਡ ਮੀਨਜ਼ ਵਿਆਹ। ਐਜ਼ ਹਰ ਫਾਦਰ ਸੈਟ ਇਨ ਹਿਜ਼ ਸਟੱਡੀ, A man came up and saluted him respectfully. Saluted. As her father sat in his study, ਤਾਂ ਉਸਦਾ ਪਿਤਾ ਜੀ ਸੀ, ਜੋ ਪਾਪਾ ਸੀ, ਉਹ ਪੜ੍ਹ ਰਹੇ ਸੀ। ਇੰਨੇ 'ਚ ਹੀ came up and saluted him respectfully. ਇਹ ਮੈਨ ਆਇਆ ਮੀਨਜ਼ ਇੱਕ ਬੰਦਾ ਆਇਆ ਤਾਂ ਉਹਨੂੰ ਪੂਰੇ ਮਾਣ ਸਨਮਾਨ ਨਾਲ ਸੈਲਿਊਟ ਕਰਦਾ ਹੈ, ਨਮਸਕਾਰ ਕਰਦਾ ਹੈ। ਐਟ ਫਸਟ ਹੀ ਡਿਡ ਨੋਟ ਰਿਕੋਗਨਾਈਜ਼ ਹਿਮ। ਐਟ ਫਸਟ ਮੀਨਜ਼ ਪਹਿਲੋਂ ਪਹਿਲ, ਤਾਂ ਉਸਦੇ ਜੋ ਪਾਪਾ ਸੀ ਉਹ ਉਸ ਨੂੰ ਪਹਿਚਾਣ ਨਹੀਂ ਸਕੇ। ਰਿਕੋਗਨਾਈਜ਼ ਦਾ ਮਤਲਬ ਹੁੰਦਾ ਜਿਵੇਂ ਆਪਾਂ ਪਹਿਲਾਂ ਕਿਸੇ ਨੂੰ ਮਿਲੇ ਹੋਈਏ, ਉਸ ਬਾਰੇ ਆਪਾਂ ਸੁਣਿਆ ਹੋਵੇ ਤਾਂ ਆਪਾਂ ਉਸ ਦੀ ਪਹਿਚਾਣ ਕਰੀਏ। ਸੂਨ ਹੀ ਰਿਲਾਈਜ਼ਡ, ਤਾਂ ਉਹਨੂੰ ਜਲਦੀ ਹੀ ਮਹਿਸੂਸ ਹੋਇਆ, ਰਿਲਾਈਜ਼ ਹੋਇਆ। ਇਟ ਵੁੱਡ ਓਲਡ ਰਹਿਮਾਨ, ਉਹ ਓਲਡ ਰਹਿਮਾਨ ਹੈ, ਉਹ ਪਠਾਨ ਹੈ, ਉਹ ਕਾਬਲੀ ਵਾਲਾ ਹੈ, ਦਾ ਕਾਬਲੀ ਵਾਲਾ। ਮਿਨੀਜ਼ ਫਾਦਰ ਟੋਲਡ ਹਿਮ, ਤਾਂ ਮਿੰਨੀ ਦਾ ਜੋ ਪਾਪਾ ਉਸ ਨੂੰ ਕਹਿੰਦਾ ਹੈ। ਦੇਰ ਵਰ ਸੈਰੇਮਨੀਜ਼ ਗੋਇੰਗ ਔਨ, ਤਾਂ ਜੋ ਸੈਰੇਮਨੀ ਹੈ, ਜੋ ਪ੍ਰੋਗਰਾਮ ਹੈ, ਜੋ ਚੱਲ ਰਿਹਾ ਹੈਗਾ। ਦੈਟ ਹੀ ਸ਼ੁੱਡ ਕਮ ਔਨ ਅਨਦਰ ਡੇ, ਤਾਂ ਉਹ ਕਿਸੇ ਹੋਰ ਦਿਨ ਆਵੇ। ਹੀ ਵਾਜ਼ ਅਬਾਊਟ ਟੂ ਲੀਵ, ਉਹ ਹਜੇ ਜਾਣ ਹੀ ਵਾਲਾ ਸੀ। ਲੀਵ ਦਾ ਮਤਲਬ ਹੁੰਦਾ ਉਸ ਜਗ੍ਹਾ ਤੋਂ ਆਪਾਂ ਛੱਡ ਕੇ ਜਾਣਾ, ਤੁਰ ਪੈਣਾ। ਹੀ ਟਰਨ ਅਰਾਊਂਡ ਐਂਡ ਸੈਡ, ਉਹ ਮੁੜ ਕੇ ਦੇਖਦਾ ਹੈ ਅਤੇ ਕਹਿੰਦਾ ਮੇ ਆਈ ਸੀ ਦਾ ਲਿਟਲ ਵਨ ਸਰ, ਤਾਂ ਕੀ ਕਹਿੰਦਾ ਹੈ, ਮੇ ਆਈ ਸੀ ਦਾ ਲਿਟਲ ਵਨ ਸਰ, ਵੀ ਮੈਂ ਤੁਹਾਨੂੰ ਛੋਟੇ ਹੁੰਦੇ ਨੂੰ ਦੇਖਿਆ। ਹੀ ਸਟਿਲ ਥੋਟ ਆਫ ਮਿਨੀਜ਼ ਐਜ਼ ਏ ਲਿਟਲ ਗਰਲ ਰਨਿੰਗ ਟੂ ਹਿਮ ਐਂਡ ਕਾਲਿੰਗ ਕਾਬਲੀ ਵਾਲਾ, ਤਾਂ ਉਸਦੇ ਪਿਤਾ ਜੀ ਕਹਿੰਦੇ ਵੀ ਮੈਂ ਤੁਹਾਨੂੰ ਦੇਖਿਆ ਹੈਗਾ। ਮੇ ਆਈ ਸੀ ਦਾ ਲਿਟਲ ਵਨ ਸਰ, ਵੀ ਮੈਂ ਤੁਹਾਨੂੰ, ਲਿਟਲ ਵਨ ਦਾ ਮਤਲਬ ਹੁੰਦਾ ਥੋੜ੍ਹਾ ਬਹੁਤ, ਵੀ ਮੈਂ ਜਾਣਦਾ। ਮੰਨ ਕੇ ਚਲੋ ਆਪਾਂ ਕਿਸੇ ਨੂੰ ਮਿਲਦੇ ਹਾਂ, ਰਸਤੇ ਵਿੱਚ ਮਿਲਦੇ ਹਾਂ, ਤਾਂ ਆਪਾਂ ਜਦੋਂ ਕਿਸੇ ਨੂੰ ਮਿਲਦੇ ਹਾਂ ਤਾਂ ਥੋੜ੍ਹਾ ਬਹੁਤਾ ਦਿਮਾਗ ਘੁੰਮਣ ਲੱਗ ਜਾਂਦਾ ਵੀ ਇਸਨੂੰ ਆਪਾਂ ਪਹਿਲਾਂ ਕਿਤੇ ਦੇਖਿਆ। ਤਾਂ ਇਸ ਤਰ੍ਹਾਂ ਹੀ ਉਹ ਕਹਿੰਦਾ ਵੀ ਮੇ ਆਈ ਸੀ ਦਾ ਲਿਟਲ ਵਨ ਸਰ। ਹੀ ਸਟਿਲ ਥੋਟ, ਫਿਰ ਉਹ ਸੋਚਣ ਲੱਗ ਜਾਂਦਾ। ਉਹ ਮਿੰਨੀ ਐਜ਼ ਏ ਲਿਟਲ ਗਰਲ ਰਨਿੰਗ ਟੂ ਹਿਮ ਐਂਡ ਕਾਲਿੰਗ ਕਾਬਲੀ ਵਾਲਾ, ਜੋ ਛੋਟੀ ਲੜਕੀ ਹੈ ਉਹ ਰਨਿੰਗ ਟੂ ਹਿਮ ਮੀਨ ਜੋ ਉਸ ਕੋਲ ਆਉਂਦੀ ਹੈ ਤਾਂ ਉਹਨੂੰ ਕਾਬਲੀ ਵਾਲਾ, ਉਹ ਕਾਬਲੀ ਵਾਲਾ ਕਹਿੰਦੀ ਹੈ। ਹੀ ਥੋਟ ਦੇ ਵੁੱਡ ਟਾਕ ਐਂਡ ਲਾਫ ਐਜ਼ ਦੇ ਹੈਡ ਡਨ ਲੌਂਗ ਐਗੋ, ਤਾਂ ਉਹ ਸੋਚਦਾ ਹੈ ਕਿ ਉਹ ਉਸੇ ਤਰ੍ਹਾਂ ਹੀ ਗੱਲਾਂ ਕਰੂਗੀ ਜਿਸ ਤਰ੍ਹਾਂ ਪਹਿਲਾਂ ਕਰਦੀ ਹੁੰਦੀ ਸੀ। ਟੋਲਡ ਹਿਮ ਵੰਸ ਮੋਰ ਦੈਟ ਦੇਰ ਵਰ ਸੈਰੇਮਨੀਜ਼, ਤਾਂ ਮਿਨੀ ਦਾ ਫਾਦਰ ਇੱਕ ਵਾਰ ਫਿਰ ਕਹਿੰਦਾ ਵੀ ਸੈਰੇਮਨੀਜ਼ ਚੱਲ ਰਹੀ ਹੈ, ਪ੍ਰੋਗਰਾਮ ਚੱਲ ਰਿਹਾ। ਦ ਕਾਬਲੀ ਵਾਲਾ ਦੈਨ ਗੇਵ ਹਿਮ ਏ ਸਮਾਲ ਪੈਕਟ ਆਫ ਡਰਾਈਡ ਰੇਜ਼ਿਨਸ ਨਟਸ ਐਂਡ ਐਲਮੰਡਸ ਫॉर ਮਿਨੀ ਐਂਡ ਸੈਡ ਗਿਵ ਦੀਜ਼ ਟੂ ਦ ਲਿਟਲ ਵਨ, ਤਾਂ ਕਾਬਲੀ ਵਾਲਾ ਇੱਕ ਛੋਟਾ ਜਿਹਾ ਪੈਕਟ ਦਿੰਦਾ ਹੈਗਾ। ਡਰਾਈਡ ਰੇਜ਼ਿਨ ਨਟਸ, ਡਰਾਈਡ ਹੁੰਦਾ ਸੁੱਕੇ ਮੇਵੇ, ਨਟ ਆਲਮੰਡ ਬਦਾਮ ਕਾਜੂ ਵਗੈਰਾ, ਤਾਂ ਅਤੇ ਕਹਿੰਦਾ ਗਿਵ ਦੀਜ਼ ਟੂ ਦ ਲਿਟਲ ਵਨ, ਵੀ ਉਸ ਛੋਟੀ ਜਿਹੀ ਲੜਕੀ ਨੂੰ, ਬੱਚੀ ਨੂੰ ਦੇਣੇ ਹੈ। ਆਈ ਟੂ ਹੈਵ ਏ ਲਿਟਲ ਵਨ ਲਾਈਕ ਹਰ, ਮੇਰੇ ਕੋਲ ਵੀ ਉਸ ਤਰ੍ਹਾਂ ਦੀ ਇੱਕ ਛੋਟੀ ਜਿਹੀ ਕੁੜੀ ਹੈ, ਮੀਨਜ਼ ਉਹਦੇ ਵਰਗੀ ਕੁੜੀ ਮੇਰੀ ਵੀ ਹੈ। ਐਂਡ ਆਈ ਥਿੰਕ ਆਫ ਹਰ ਐਂਡ ਬਰਿੰਗ ਯੂ ਦਿਸ ਫਰੂਟ, ਤਾਂ ਮੈਂ ਇਹ ਸੋਚਦਾ ਕਿ ਮੈਂ ਉਸੇ ਨੂੰ ਇਹ ਉਸ ਵਾਸਤੇ ਹੀ ਲੈ ਕੇ ਆਈ ਸੀ ਅਤੇ ਉਸ ਨੂੰ ਹੀ ਦੇ ਦਿੱਤੇ। ਮਿਨੀਜ਼ ਫਾਦਰ ਕੁਡ ਨਾਟ ਕੰਟਰੋਲ ਹਿਜ ਟੀਅਰਸ, ਤਾਂ ਮਿਨੀ ਦਾ ਜੋ ਪਿਤਾ ਹੈ ਉਹ ਆਪਣੇ ਹੰਝੂ ਰੋਕ ਨਹੀਂ ਸਕਿਆ। ਕੁਡ ਨਾਟ ਮੀਨਜ਼ ਨਹੀਂ ਸਕਿਆ, ਕੰਟਰੋਲ ਮੈਨੇ ਆਪਾਂ ਕੰਟਰੋਲ ਕਰਨਾ ਮੀਨਜ਼ ਰੋਕਣਾ। ਹਿਜ ਟੀਅਰ ਮੀਨਜ਼ ਆਪਣੇ ਹੰਝੂ, ਟੀਅਰ ਹੁੰਦਾ ਹੰਝੂ। ਹੀ ਰਿਲਾਈਜ਼ਡ, ਉਹਨੂੰ ਮਹਿਸੂਸ ਹੋਇਆ ਦੈਟ ਦਾ ਪੂਰ ਕਾਬਲੀ ਵਾਲਾ ਵਾਜ਼ ਆਲਸੋ ਏ ਫਾਦਰ, ਵੀ ਉਹ ਗਰੀਬ ਕਾਬਲੀ ਵਾਲਾ ਵੀ ਇੱਕ ਪਿਤਾ ਹੈ। ਹੀ ਕਾਲਡ ਮਿਨੀ, ਤਾਂ ਉਹ ਮਿਨੀ ਨੂੰ ਬੁਲਾਉਂਦਾ। ਹੂ ਕੇਮ ਆਊਟ ਡਰੈਸਡ ਐਜ਼ ਏ ਬਰਾਈਡ, ਤਾਂ ਜੋ ਬਾਹਰ ਆਉਂਦੀ ਹੈ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਵੀ ਦੁਲਹਨ ਦੇ ਰੂਪ ਵਿੱਚ ਆਉਂਦੀ ਹੈ, ਕਿਉਂਕਿ ਉਸ ਸਮੇਂ ਵਿਆਹ ਦੀ ਸੈਰੇਮਨੀ ਚੱਲ ਰਹੀ ਸੀ। ਦ ਕਾਬਲੀ ਵਾਲਾ ਵਾਜ਼ ਸ਼ੌਕਡ ਟੂ ਸੀ ਦੈਟ ਮਿਨੀ, ਕਾਬਲੀ ਵਾਲਾ ਸ਼ੌਕਡ ਹੋ ਗਿਆ ਮੀਨਜ਼ ਹੈਰਾਨ ਹੋ ਗਿਆ, ਭੁਚੱਕਾ ਰਹਿ ਗਿਆ, ਹੈਰਾਨ ਹੋ ਗਿਆ। ਦ ਲਿਟਲ ਗਰਲ ਹੀ ਹੈਡ ਨਾਉਨ, ਜੋ ਉਸ ਛੋਟੀ ਬੱਚੀ ਨੂੰ ਉਹ ਜਾਣਦਾ ਸੀ। ਹੈਡ ਗਰਾਊਨ ਇਨਟੂ ਏ ਬਿਊਟੀਫੁਲ ਵੂਮੈਨ, ਤਾਂ ਹੁਣ ਉਹ ਵੱਡੀ ਹੋ ਕੇ ਇੱਕ ਬਹੁਤ ਸੋਹਣੀ ਔਰਤ ਬਣ ਚੁੱਕੀ ਹੈ। ਹੀ ਸਡਨਲੀ, ਉਹ ਅਚਾਨਕ ਹੀ, ਰਿਲਾਈਜ਼ਡ, ਉਹਨੂੰ ਮਹਿਸੂਸ ਹੁੰਦਾ ਦੈਟ ਹਿਜ ਓਨ ਡਾਊਟਰ ਵੁੱਡ ਹੈਵ ਗਰਾਊਨ ਅਪ ਟੂ,
ਤਾਂ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸਦੀ ਜੋ ਕੁੜੀ ਆ ਉਹ ਵੀ ਇਸ ਜਿਹੜੀ ਹੀ ਵੱਡੀ ਹੋ ਚੁੱਕੀ ਹੋਵੇਗੀ। ਐਂਡ ਬਰੋਕ ਇਨ ਟੂ ਟੀਅਰਸ, ਤਾਂ ਉਹ ਹੰਝੂਆਂ ਨਾਲ ਭਰ ਜਾਂਦਾ, ਕਹਿੰਦਾ ਭਾਵ ਬੁਰੀ ਤਰ੍ਹਾਂ ਰੋਣ ਲੱਗ ਜਾਂਦਾ। ਮਿਨੀਜ਼ ਫਾਦਰ ਟੁੱਕ ਆਊਟ ਸਮ ਮਨੀ ਐਂਡ ਗੇਵ ਇਟ ਟੂ ਰਹਿਮਾਨ ਐਂਡ ਸੈਡ, ਤਾਂ ਮਿੰਨੀ ਦਾ ਜੋ ਪਿਤਾ ਜੀ ਹੈ ਉਹ ਕੁਝ ਪੈਸੇ ਲੈ ਕੇ ਆਉਂਦਾ ਅਤੇ ਰਹਿਮਾਨ ਨੂੰ ਦਿੰਦਾ ਅਤੇ ਕਹਿੰਦਾ ਗੋ ਐਂਡ ਸੀ ਯੂ ਡਾਟਰ, ਜਾਓ ਅਤੇ ਆਪਣੀ ਲੜਕੀ ਨੂੰ ਦੇਖੋ। ਐਂਡ ਮੇ ਯੂ ਹੈਵ ਆਲ ਦਾ ਹੈਪੀਨੈਸ, ਤੁਹਾਨੂੰ ਪੂਰੀਆਂ ਸਾਰੀਆਂ ਜੋ ਖੁਸ਼ੀਆਂ ਮਿਲਣਗੀਆਂ। ਮਿਨੀਜ਼ ਫਾਦਰ ਹੈਡ ਟੂ ਕੱਟ ਡਾਊਨ ਦਾ ਐਕਸਪੈਂਸਿਸ ਔਨ ਦਾ ਵੈਡਿੰਗ, ਤਾਂ ਮਿਨੀ ਜੋ ਫਾਦਰ ਹੈ ਉਹ ਕੁਝ ਖਰਚੇ ਆਪਣੀ ਲੜਕੀ ਦੇ ਵਿਆਹ 'ਚੋਂ ਕੱਟ ਡਾਊਨ ਕਰ ਲੈਂਦਾ, ਮੀਨਜ਼ ਘੱਟ ਕਰ ਲੈਂਦਾ ਹੈਗਾ, ਬਚਾ ਲੈਂਦਾ। ਹੀ ਕੁਡ ਨਾਟ ਅਫੋਰਡ ਦਾ ਮਿਲਟਰੀ ਬੈਂਡ, ਉਹ ਕੀ ਹੈ ਮਿਲਟਰੀ ਬੈਂਡ ਨਹੀਂ ਖਰੀਦਦਾ। ਅਫੋਰਡ ਦਾ ਮਤਲਬ ਹੁੰਦਾ ਕੋਈ ਚੀਜ਼ ਆਪਾਂ ਖਰੀਦ ਲੈਣੀ, ਮੀਨਜ਼ ਕਹਿੰਦਾ ਭਾਵ ਆਪਣੇ ਕੋਲ ਪੈਸੇ ਪਏ ਹੁਣ ਆਪਾਂ ਖਰੀਦਣੀ ਹੋਵੇ। ਐਂਡ ਦਾ ਇਲੈਕਟ੍ਰਿਕ ਲਾਈਟ, ਅਤੇ ਜੋ ਇਲੈਕਟ੍ਰਿਕ ਲਾਈਟ ਹੈ ਲੜੀਆਂ ਵਗੈਰਾ ਉਹ ਨਹੀਂ ਖਰੀਦਦਾ। ਬਟ ਹੀ ਵਾਜ਼ ਹੈਪੀ ਦੈਟ, ਇਹ ਬਹੁਤ ਖੁਸ਼ ਹੁੰਦਾ, ਉਹ ਬਹੁਤ ਖੁਸ਼ ਹੁੰਦਾ ਕਿ ਹਿਜ ਮਨੀ ਹੈਡ ਹੈਲਪਡ ਏ ਲੌਂਗ ਲੋਸਟ ਫਾਦਰ ਮੀਟ ਹਿਜ ਓਨਲੀ ਚਾਈਲਡ ਵੰਸ ਅਗੇਨ, ਕਿ ਉਸਨੇ ਉਸ ਇਨਸਾਨ ਦੀ ਮਦਦ ਕਰੀ ਹੈ ਜੋ ਲੰਬੇ ਸਮੇਂ ਤੋਂ ਆਪਣੇ ਇੱਕ ਬੱਚੇ ਨੂੰ ਫਿਰ ਤੋਂ ਦੇਖੇਗਾ। ਤਾਂ ਇਸ ਕਹਾਣੀ ਦੇ ਵਿੱਚ ਇੱਕ ਪਿਤਾ ਵਿਛੜਿਆ ਹੋਇਆ ਆਪਣੀ ਲੜਕੀ ਨੂੰ ਕਿਸ ਤਰ੍ਹਾਂ ਮਿਲਦਾ, ਕਿਸ ਤਰ੍ਹਾਂ ਉਹਦੀ ਹੈਲਪ ਹੁੰਦੀ ਹੈ, ਕਿਸ ਤਰ੍ਹਾਂ ਉਸ ਦਾ ਪਿਆਰ ਇੱਕ ਛੋਟੀ ਬੱਚੀ ਨਾਲ ਪੈਂਦਾ ਹੈ। ਤਾਂ ਇੱਥੇ ਮੀਨਿੰਗ ਦਿੱਤੇ ਹੋਏ ਨੇਗੇ, ਤਾਂ ਇਹ ਤੁਸੀਂ ਪੜ੍ਹਨੇ ਆ। ਤਾਂ ਬੱਚੇ ਜਾਣੀ ਹੈ ਜੋ ਐਕਸਰਸਾਈਜ਼ ਆਪਾਂ ਦੇਖ ਰਹੇ ਹਾਂ ਤੁਸੀਂ ਕਰਨੀ ਹੈ। ਪਹਿਲਾਂ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਜੋ ਇਹ ਕੁਐਸਚਨ ਹੈ ਆਪ ਆਨਸਰ ਟਿਕ ਕਰੋਗੇ। ਕੋਸ਼ਿਸ਼ ਜ਼ਰੂਰ ਕਰਨੀ ਹੈ ਕਿ ਇਸ ਕਹਾਣੀ ਨੂੰ ਆਪਾਂ 2 ਵਾਰ ਪੜ੍ਹੀਏ, 3 ਵਾਰ ਪੜ੍ਹੀਏ, ਤਾਂ ਆਪਾਂ ਇਸ ਵੀਡੀਓ ਨੂੰ ਪੌਜ਼ ਕਰਕੇ ਰਫ ਕਾਪੀ ਦੇ ਉੱਤੇ ਰਿਟਨ ਦੇ ਵਿੱਚ ਆਪਾਂ ਇਹ ਸਾਰਾ ਹੋਮਵਰਕ ਕਰੀਏ, ਤਾਂ ਇਹਦੇ ਆਨਸਰ ਤੁਹਾਨੂੰ ਜਲਦੀ ਹੀ ਮਿਲ ਜਾਣਗੇ। ਥੈਂਕ ਯੂ।